Dear students, Sat Shri Akal Ji, most welcome in Creative Guruji. Please subscribe the channel and hit the bell icon for latest video notifications. Science, class 10th, chapter 2, Acids, Base and Salts. Introduction. You have learnt in your previous classes that the sour and the bitter tastes of food are due to acids and bases respectively present in them. ਤੁਸੀਂ ਆਪਣੀਆਂ ਪਿਛਲੀਆਂ ਕਲਾਸਾਂ ਵਿੱਚ ਸਿੱਖਿਆ ਹੈ ਕਿ ਭੋਜਨ ਦੇ ਖੱਟੇ ਅਤੇ ਕੌੜੇ ਸਵਾਦ ਦਾ ਕਾਰਨ ਤੇਜ਼ਾਬ ਅਤੇ ਖਾਰ ਹੁੰਦੇ ਹਨ। ਆਓ ਸਭ ਤੋਂ ਪਹਿਲਾਂ ਅਸੀਂ ਐਸਿਡ, ਤੇਜ਼ਾਬ ਅਤੇ ਬੇਸ ਖਾਰ ਦੀ ਪਰਿਭਾਸ਼ਾ ਵੇਖੀਏ ਅਤੇ ਇਹਨਾਂ ਬਾਰੇ ਸਮਝੀਏ। ਐਸਿਡਸ substances with sour taste are regarded as acid. ਖੱਟੇ ਸਵਾਦ ਵਾਲੇ ਪਦਾਰਥਾਂ ਨੂੰ ਐਸਿਡ ਮੰਨਿਆ ਜਾਂਦਾ ਹੈ। substances with sour taste are regarded as acids. ਖੱਟੇ ਸਵਾਦ ਵਾਲੇ ਪਦਾਰਥਾਂ ਨੂੰ ਐਸਿਡ ਮੰਨਿਆ ਜਾਂਦਾ ਹੈ, ਜਿਵੇਂ ਕਿ ਨਿੰਬੂ ਦਾ ਰਸ, ਸਿਰਕਾ, ਅੰਗੂਰ ਦੇ ਫਲਾਂ ਦਾ ਜੂਸ ਅਤੇ ਖਰਾਬ ਦੁੱਧ ਆਦਿ ਦਾ ਸਵਾਦ ਖੱਟਾ ਹੁੰਦਾ ਹੈ ਕਿਉਂਕਿ ਇਹ ਤੇਜ਼ਾਬੀ ਹੁੰਦੇ ਹਨ। ਬਹੁਤ ਸਾਰੇ ਪਦਾਰਥਾਂ ਨੂੰ ਉਹਨਾਂ ਦੇ ਸਵਾਦ ਦੇ ਆਧਾਰ ਤੇ ਤੇਜ਼ਾਬ ਵਜੋਂ ਪਛਾਣਿਆ ਜਾ ਸਕਦਾ ਹੈ, ਪਰ ਸਲਫਿਊਰਿਕ ਐਸਿਡ ਵਰਗੇ ਕੁਝ ਐਸਿਡਾਂ ਦੀ ਚਮੜੀ ਤੇ ਬਹੁਤ ਮਜ਼ਬੂਤ ਕਿਰਿਆ ਹੁੰਦੀ ਹੈ, ਜਿਸ ਦੇ ਕਾਰਨ ਇਹਨਾਂ ਨੂੰ ਸਵਾਦ ਦੇ ਆਧਾਰ ਤੇ ਪਛਾਣਿਆ ਨਹੀਂ ਜਾ ਸਕਦਾ। ਆਧੁਨਿਕ ਪਰਿਭਾਸ਼ਾ ਦੇ ਮੁਤਾਬਿਕ, according to modern definition, an acid may be defined as a substance which release one or more H positive ion in aqueous solution. ਇਸ ਦਾ ਮਤਲਬ ਇਹ ਹੈ ਕਿ ਐਸਿਡ ਉਹ ਸਬਸਟੈਂਸ ਹੁੰਦਾ ਹੈ ਜਿਹੜਾ ਇੱਕ ਜਾਂ ਇੱਕ ਤੋਂ ਜ਼ਿਆਦਾ H positive ion ਹਾਈਡਰੋਜਨ ਆਇਨ aqueous solution ਵਿੱਚ ਰਿਲੀਜ਼ ਕਰਦਾ ਹੈ, ਛੱਡਦਾ ਹੈ। We also know that acid change the color of blue litmus to red. ਜਿਵੇਂ ਕਿ ਤਸਵੀਰ ਵਿੱਚ ਦਿਖਾਇਆ ਗਿਆ ਹੈ ਕਿ ਇੱਕ ਨੀਲੀ ਲਿਟਮਸ ਪੱਟੀ ਨੂੰ ਜਦੋਂ ਐਸਿਡ ਘੋਲ ਵਿੱਚ ਡੁਬੋਇਆ ਜਾਂਦਾ ਹੈ ਤਾਂ ਇਹ ਨੀਲੀ ਲਿਟਮਸ ਪੱਟੀ ਬਦਲ ਕੇ ਲਾਲ ਰੰਗ ਦੀ ਹੋ ਜਾਂਦੀ ਹੈ। ਇਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਜਿਹੜੇ ਐਸਿਡ ਹੈ ਉਹ ਬਲੂ ਲਿਟਮਸ ਪੱਟੀ ਨੂੰ ਰੈੱਡ ਦੇ ਵਿੱਚ ਚੇਂਜ ਕਰ ਦਿੰਦੇ ਹਨ। ਨਾਓ ਮੂਵ ਟੂ ਦਾ ਬੇਸਿਸ। ਸਬਸਟੈਂਸਿਸ ਵਿਦ ਬਿਟਰ ਟੇਸਟ ਆਰ ਰਿਗਾਰਡਡ ਐਜ਼ ਬੇਸ। ਕੌੜੇ ਸਵਾਦ ਵਾਲੇ ਪਦਾਰਥਾਂ ਨੂੰ ਬੇਸ ਮੰਨਿਆ ਜਾਂਦਾ ਹੈ, ਖਾਰ ਮੰਨਿਆ ਜਾਂਦਾ ਹੈ। Substances with bitter taste are regarded as base. ਕੌੜੇ ਸਵਾਦ ਵਾਲੇ ਪਦਾਰਥਾਂ ਨੂੰ ਖਾਰ ਮੰਨਿਆ ਜਾਂਦਾ ਹੈ। ਸੋਡੀਅਮ ਹਾਈਡਰੋਕਸਾਈਡ ਅਤੇ ਪੋਟਾਸ਼ੀਅਮ ਹਾਈਡਰੋਕਸਾਈਡ ਵਰਗੇ ਬਹੁਤ ਸਾਰੇ ਖਾਰਾਂ ਦੀ ਚਮੜੀ ਤੇ ਖਰਾਬੀ ਕਰਨ ਵਾਲੀ ਪ੍ਰਕਿਰਿਆ ਹੁੰਦੀ ਹੈ। ਇਹ ਸਰੀਰ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਲਈ ਆਧੁਨਿਕ ਪਰਿਭਾਸ਼ਾ ਦੇ ਮੁਤਾਬਿਕ, according to modern definition, a base may be defined as a substance capable of releasing one or more OH negative ion in aqueous solution. ਕਿ ਬੇਸ ਉਹ ਸਬਸਟੈਂਸ ਹੁੰਦਾ ਹੈ ਕਿ ਜਿਹੜਾ ਇੱਕ ਜਾਂ ਇੱਕ ਤੋਂ ਜ਼ਿਆਦਾ OH ਨੈਗੇਟਿਵ ਆਇਨ ਐਕੁਅਸ ਸੋਲਿਊਸ਼ਨ ਦੇ ਵਿੱਚ ਰਿਲੀਜ਼ ਕਰਨ ਦੇ ਛੱਡਣ ਦੇ ਕੈਪੇਬਲ ਹੁੰਦਾ ਹੈ। We also know that bases change the color of red litmus to blue. ਜਿਵੇਂ ਕਿ ਤਸਵੀਰ ਵਿੱਚ ਦਿਖਾਇਆ ਗਿਆ ਹੈ ਕਿ ਜਦੋਂ ਇੱਕ ਲਾਲ ਲਿਟਮਸ ਪੱਟੀ ਨੂੰ ਬੇਸ ਘੋਲ ਵਿੱਚ ਡੁਬੋਇਆ ਜਾਂਦਾ ਹੈ ਤਾਂ ਇਸ ਦਾ ਕਲਰ ਚੇਂਜ ਹੋ ਕੇ ਨੀਲਾ ਹੋ ਜਾਂਦਾ ਹੈ। ਇਸ ਤੋਂ ਸਾਨੂੰ ਪਤਾ ਚੱਲਦਾ ਹੈ ਕਿ ਜਿਹੜੇ ਬੇਸ ਹੈ ਉਹ ਰੈੱਡ ਲਿਟਮਸ ਦਾ ਕਲਰ ਚੇਂਜ ਕਰਕੇ ਬਲੂ ਕਰ ਦਿੰਦੇ ਹਨ। ਤੇਜ਼ਾਬ ਅਤੇ ਖਾਰ ਦੇ ਰਸਾਇਣਿਕ ਗੁਣਾਂ ਤੇ ਜਾਣ ਤੋਂ ਪਹਿਲਾਂ ਅਸੀਂ ਇੰਡੀਕੇਟਰ ਸੰਕੇਤਕ ਬਾਰੇ ਵੀ ਵਿਚਾਰ ਵਟਾਂਦਰਾ ਕਰ ਲੈਂਦੇ ਹਾਂ। ਇੰਡੀਕੇਟਰਸ ਇੰਡੀਕੇਟਸ ਦਾ ਨੇਚਰ ਆਫ ਪਾਰਟਿਕੂਲਰ ਸੋਲਿਊਸ਼ਨ, ਵੈਦਰ ਐਸਿਡਿਕ, ਬੇਸਿਕ ਔਰ ਨਿਊਟਰਲ। ਜਿਹੜੇ ਇੰਡੀਕੇਟਰਸ ਹੁੰਦੇ ਹਨ, ਸੰਕੇਤਕ ਹੁੰਦੇ ਹਨ, ਉਹ ਕੀ ਕਰਦੇ ਹਨ? ਇੰਡੀਕੇਟਰ ਦਿੰਦੇ ਹਨ, ਸੰਕੇਤ ਦਿੰਦੇ ਹਨ ਕਿਸੇ ਵੀ ਸੋਲਿਊਸ਼ਨ ਦਾ, ਚਾਹੇ ਉਹ ਐਸਿਡਿਕ ਹੋਵੇ, ਬੇਸਿਕ ਹੋਵੇ ਜਾਂ ਨਿਊਟਰਲ ਹੋਵੇ। Indicator also represents the change in nature of solution from acidic to basic and vice versa. ਜਿਹੜੇ ਇੰਡੀਕੇਟਰ ਜਾਂ ਸੰਕੇਤਕ ਹਨ ਉਹ ਸੋਲਿਊਸ਼ਨ ਦਾ ਐਸਿਡ ਤੋਂ ਬੇਸ ਵਿੱਚ ਚੇਂਜ ਹੋਣਾ ਅਤੇ ਬੇਸ ਤੋਂ ਐਸਿਡ ਦੇ ਵਿੱਚ ਚੇਂਜ ਹੋਣ ਨੂੰ ਵੀ ਦਰਸਾਉਂਦੇ ਹਨ। ਇੰਡੀਕੇਟਰ ਆਰ ਬੇਸਿਕਲੀ ਕਲਰਡ ਆਰਗੈਨਿਕ ਸਬਸਟੈਂਸ ਐਕਸਟ੍ਰੈਕਟਡ ਫਰੋਮ ਡਿਫਰੈਂਟ ਪਲਾਂਟ। ਜਿਹੜੇ ਇੰਡੀਕੇਟਰ ਹੁੰਦੇ ਆ ਵੱਖ-ਵੱਖ ਪੌਦਿਆਂ ਤੋਂ ਲਏ ਗਏ ਰੰਗਦਾਰ ਜੈਵਿਕ ਪਦਾਰਥ ਹੁੰਦੇ ਹਨ। Common indicators are: first one, litmus. Litmus is a purple dye which is extracted from lichen, a plant belonging to variety. Litmus ਇੱਕ ਜਾਮਨੀ ਰੰਗ ਦੀ ਡਾਈ ਹੈ ਜੋ ਕਿ ਲਾਈਕਨ ਪੌਦੇ ਤੋਂ ਐਕਸਟ੍ਰੈਕਟ ਕੀਤੀ ਜਾਂਦੀ ਹੈ। It can also be applied on paper in the form of strips and available as blue and red strips. ਇਸ ਨੂੰ ਪੇਪਰ ਦੇ ਉੱਤੇ ਵੀ ਅਪਲਾਈ ਕਰ ਸਕਦੇ ਹਾਂ ਅਤੇ ਇਹ ਨੀਲੀਆਂ ਅਤੇ ਲਾਲ ਪੱਟੀਆਂ ਦੇ ਰੂਪ ਦੇ ਵਿੱਚ ਉਪਲਬਧ ਹਨ। A blue litmus strip when dipped in an acid solution acquires red color. Similarly, a red strip when dipped in a base solution becomes blue. ਜਦੋਂ ਨੀਲੇ ਰੰਗ ਦੀ ਲਿਟਮਸ ਪੱਟੀ ਨੂੰ ਐਸਿਡ ਸੋਲਿਊਸ਼ਨ ਦੇ ਵਿੱਚ ਡੁਬੋਇਆ ਜਾਂਦਾ ਹੈ ਤਾਂ ਇਸ ਦਾ ਕਲਰ ਚੇਂਜ ਹੋ ਕੇ ਰੈੱਡ ਹੋ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਇੱਕ ਰੈੱਡ ਲਿਟਮਸ ਪੱਟੀ ਨੂੰ ਬੇਸ ਸੋਲਿਊਸ਼ਨ ਦੇ ਵਿੱਚ ਡੁਬੋਇਆ ਜਾਂਦਾ ਹੈ ਤਾਂ ਇਸ ਦਾ ਰੰਗ ਚੇਂਜ ਹੋ ਕੇ ਬਲੂ ਹੋ ਜਾਂਦਾ ਹੈ, ਨੀਲਾ ਹੋ ਜਾਂਦਾ ਹੈ। ਨੈਕਸਟ ਵਨ, phenolphthalein. It is also an organic dye and acidic in nature.
ਇਹ ਵੀ ਇੱਕ ਜੈਵਿਕ ਡਾਈ ਹੈ ਅਤੇ ਇਸ ਦਾ ਸੁਭਾਅ ਤੇਜ਼ਾਬੀ ਹੁੰਦਾ ਹੈ। In neutral or acidic solution, it remains colorless, while in the basic solution, the color of indicator changes to pink. ਨਿਊਟਰਲ ਜਾਂ ਐਸਿਡਿਕ ਸੋਲਿਊਸ਼ਨ ਦੇ ਵਿੱਚ ਇਸ ਦਾ ਕਲਰ ਚੇਂਜ ਨਹੀਂ ਹੁੰਦਾ ਹੈ, ਇਹ ਕਲਰਲੈਸ ਰਹਿੰਦੀ ਹੈ, ਜਦੋਂ ਕਿ ਬੇਸਿਕ ਸੋਲਿਊਸ਼ਨ ਦੇ ਵਿੱਚ ਇਸ ਦਾ ਕਲਰ ਚੇਂਜ ਹੋ ਕੇ ਗੁਲਾਬੀ ਹੋ ਜਾਂਦਾ ਹੈ, ਪਿੰਕ ਹੋ ਜਾਂਦਾ ਹੈ। ਠੀਕ ਹੈ। Next indicator, methyl orange. Methyl orange is an organic color dye and basic in nature. ਮਿਥਾਈਲ orange ਇੱਕ orange ਸੰਤਰੀ ਕਲਰ ਦੀ ਡਾਈ ਹੈ। ਇਸ ਦਾ ਸੁਭਾਅ ਬੇਸਿਕ ਹੁੰਦਾ ਹੈ, ਖਾਰਾ ਹੁੰਦਾ ਹੈ। In the acidic medium, the color of indicator becomes red, and in the basic or neutral medium, its color remains unchanged. Acidic medium ਦੇ ਵਿੱਚ ਇਸ ਦਾ ਕਲਰ ਚੇਂਜ ਹੋ ਕੇ ਲਾਲ ਹੋ ਜਾਂਦਾ ਹੈ, ਜਦੋਂ ਕਿ basic ਤੇ neutral medium ਦੇ ਵਿੱਚ ਇਸ ਦਾ ਕਲਰ ਚੇਂਜ ਨਹੀਂ ਹੁੰਦਾ। Next one, red cabbage juice. It is purple in color in neutral medium and turns red or pink in the acidic medium. ਨਿਊਟਰਲ ਮੀਡੀਅਮ ਦੇ ਵਿੱਚ ਇਸ ਦਾ ਕਲਰ ਪਰਪਲ ਰਹਿੰਦਾ ਹੈ, ਜਾਮਨੀ ਰਹਿੰਦਾ ਹੈ, ਜਦੋਂ ਕਿ ਐਸਿਡਿਕ ਮੀਡੀਅਮ ਦੇ ਵਿੱਚ ਇਸ ਦਾ ਕਲਰ ਚੇਂਜ ਹੋ ਕੇ ਰੈੱਡ ਜਾਂ ਪਿੰਕ ਹੋ ਜਾਂਦਾ ਹੈ। ਇਨ ਦਾ ਬੇਸਿਕ ਔਰ ਐਲਕਲਾਈਨ ਮੀਡੀਅਮ ਇਟਸ ਕਲਰ ਚੇਂਜ ਟੂ ਗ੍ਰੀਨ। ਬੇਸਿਕ ਤੇ ਐਲਕਲਾਈਨ ਮੀਡੀਅਮ ਦੇ ਵਿੱਚ ਇਸ ਦਾ ਕਲਰ ਚੇਂਜ ਹੋ ਕੇ ਗ੍ਰੀਨ, ਹਰਾ ਹੋ ਜਾਂਦਾ ਹੈ। Last indicator is turmeric juice. It is yellow in color and remains as such in neutral and acidic medium. In the basic medium, its color becomes reddish or deep brown. ਇਸ ਦਾ ਰੰਗ ਪੀਲਾ ਹੁੰਦਾ ਹੈ ਅਤੇ ਨਿਊਟਰਲ ਅਤੇ ਐਸਿਡਿਕ ਮੀਡੀਅਮ ਦੇ ਵਿੱਚ ਇਸ ਦਾ ਰੰਗ ਇਸੇ ਤਰ੍ਹਾਂ ਰਹਿੰਦਾ ਹੈ, ਜਦੋਂ ਕਿ ਬੇਸਿਕ ਮੀਡੀਅਮ ਦੇ ਵਿੱਚ ਇਸ ਦਾ ਕਲਰ ਚੇਂਜ ਹੋ ਕੇ ਰੈਡਿਸ਼ ਜਾਂ ਡੀਪ ਬਰਾਊਨ ਹੋ ਜਾਂਦਾ ਹੈ। In this video or lecture, we introduce the chapter and also we will learn about acids, base and indicators. That's all about this topic. I hope you will understand today's topic in this lecture. Don't forget to hit the like button and share this video. Subscribe to the channel, keep hard work and make parents' name shine.